ट्रेनिंग सैल सब डिवीज़न जैतो ਵੱਲੋਂ ਆਪ ਸਭ ਦਾ ਸਵਾਗਤ ਹੈ। ਗ੍ਰਾਮ ਪੰਚਾਇਤ ਚੋਣਾਂ 2024 ਪੋਲਿੰਗ ਸਟਾਫ ਦੀ ਟ੍ਰੇਨਿੰਗ ਸੰਬੰਧੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਚੋਣ ਕਰਵਾਉਣ ਲਈ ਜ਼ਰੂਰੀ ਜਿਹੜੀ ਚੋਣ ਸਮੱਗਰੀ ਹੈ ਉਹਦੇ ਵਿੱਚ ਸਭ ਤੋਂ ਪ੍ਰਥਮ ਹੈਗਾ ਬੈਲਟ ਬਕਸਾ। ਚੋਣ ਕਰਵਾਉਣ ਲਈ ਵੱਡਾ ਬੈਲਟ ਬਕਸਾ ਦਿੱਤਾ ਜਾਵੇਗਾ। ਵੋਟਰ ਬੈਲਟ ਪੇਪਰ ਉੱਪਰ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਂ ਅੱਗੇ ਮੋਹਰ ਲਗਾ ਕੇ ਇਸ ਬੈਲਟ ਬਕਸੇ ਵਿੱਚ ਵੋਟ ਪਰਚੀ ਨੂੰ ਖੜ੍ਹਵੇਂ ਭਾਵ ਵਰਟੀਕਲ ਮੋੜ ਦੇ ਕੇ ਪਾਵੇਗਾ। ਰਿਹਰਸਲਾਂ ਦੌਰਾਨ ਇਸ ਬੈਲਟ ਬਕਸੇ ਨੂੰ ਬੰਦ ਕਰਨਾ ਅਤੇ ਖੋਲ੍ਹਣਾ ਚੰਗੀ ਤਰ੍ਹਾਂ ਜ਼ਰੂਰ ਸਿੱਖ ਲਵੋ। ਦੂਜੇ ਨੰਬਰ 'ਤੇ ਆ ਜਾਂਦੇ ਨੇ ਬੈਲਟ ਪੇਪਰ। ਸਰਪੰਚ ਅਤੇ ਪੰਚ ਦੀ ਚੋਣ ਲਈ ਪੋਲਿੰਗ ਬੂਥ ਉੱਪਰ ਰਜਿਸਟਰਡ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਵੱਖੋ ਵੱਖਰੇ ਬੈਲਟ ਪੇਪਰ ਚੋਣ ਸਮੱਗਰੀ ਨਾਲ ਮੁਹੱਈਆ ਕਰਵਾਏ ਜਾਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜੋ ਸਰਪੰਚ ਦੀ ਚੋਣ ਲਈ ਹੈ ਉਹਦੇ ਲਈ ਗੁਲਾਬੀ ਰੰਗ ਦੇ ਜਿਹੜੇ ਨੇ ਬੈਲਟ ਪੇਪਰ ਹੋਣਗੇ ਅਤੇ ਪੰਚ ਦੀ ਚੋਣ ਲਈ ਚਿੱਟੇ ਰੰਗ ਦੇ ਬੈਲਟ ਪੇਪਰ ਮੁਹੱਈਆ ਕਰਵਾਏ ਜਾਣਗੇ। ਨੰਬਰ 3 'ਤੇ ਆ ਜਾਂਦੀਆਂ ਨੇ ਵੋਟਰ ਸੂਚੀਆਂ। ਅਲਾਟ ਹੋਏ ਪੋਲਿੰਗ ਸਟੇਸ਼ਨ ਲਈ ਪ੍ਰਵਾਨਿਤ ਵੋਟਰ ਸੂਚੀਆਂ ਦੇ 4 ਸੈੱਟ ਚੋਣ ਕਰਵਾਉਣ ਲਈ ਮੁਹੱਈਆ ਕਰਵਾਏ ਜਾਣਗੇ। ਇਹ ਵੇਖ ਲਿਆ ਜਾਵੇ ਕਿ ਜਿਸ ਗ੍ਰਾਮ ਪੰਚਾਇਤ ਦੀ ਚੋਣ ਕਰਾਉਣ ਤੁਸੀਂ ਜਾ ਰਹੇ ਹੋ ਵੋਟਰ ਸੂਚੀ ਉੱਪਰ ਪੋਲਿੰਗ ਸਟੇਸ਼ਨ ਦਾ ਉਸੇ ਸਟੇਸ਼ਨ ਨਾਲ ਸੰਬੰਧਿਤ ਹੈ ਜਾਂ ਕੋਈ ਹੋਰ ਤਾਂ ਨਹੀਂ। ਨੰਬਰ 4 'ਤੇ ਤੁਸੀਂ ਜੋ ਚੀਜ਼ ਲੈ ਕੇ ਜਾਣੀ ਹੈ ਉਹ ਹੈ ਅਮਿਟ ਸ਼ਾਹੀ ਇੰਡਲਾਈਬਲ ਇੰਕ, ਜਿਹੜੀ ਕਿ ਆਮ ਤੌਰ 'ਤੇ ਚੋਣਾਂ ਦੇ ਵਿੱਚ ਵਰਤੀ ਜਾਂਦੀ ਹੈ, ਜਿਸ ਨੂੰ ਖੱਬੇ ਹੱਥ ਦੀ ਪਹਿਲੀ ਉਂਗਲ ਦੇ ਉੱਪਰ ਲਗਾਇਆ ਜਾਂਦਾ ਹੈ। ਨਹੁੰ ਅਤੇ ਮਾਸ ਦੇ ਵਿਚਾਲੇ ਜੇ ਕਰਕੇ ਲਗਾਉਣੇ ਤਾਂ ਕਿ ਉਹ ਮਿਟ ਨਾ ਸਕੇ। ਅੱਗੇ ਤੁਸੀਂ ਜੋ ਸਮਾਨ ਲੈ ਕੇ ਜਾਣਾ ਸਟੈਂਪ ਪੈਡ, ਤੁਹਾਨੂੰ ਇਹਦੀ ਜ਼ਰੂਰਤ ਪੈਣੀ ਹੈ ਸਟੈਂਪਾਂ ਲਾਉਣ ਲਈ ਜਾਂ ਕ੍ਰਾਸ ਮਾਰਕ ਜਿਹੜੇ ਹੈ ਵੋਟ ਦੇ ਉੱਪਰ ਜੋ ਵੋਟਰਾਂ ਨੇ ਲਾਉਣਾ ਹੈ ਉਹਦੇ ਲਈ ਤੁਹਾਨੂੰ ਸਟੈਂਪ ਪੈਡ ਦੀ ਜ਼ਰੂਰਤ ਪਏਗੀ। ਇਹ ਵੀ ਤੁਸੀਂ ਨਾਲ ਲੈ ਕੇ ਜਾਣਾ। ਚੋਣ ਲੜਨ ਵਾਲੇ ਜਿਹੜੇ ਉਮੀਦਵਾਰਾਂ ਦੀ ਸੂਚੀ ਹੈ ਇਹ ਤੁਹਾਨੂੰ ਇੱਕ ਮੁਹੱਈਆ ਕਰਾਈ ਜਾਏਗੀ। ਇਹ ਤੁਸੀਂ ਇੰਸ਼ੋਰ ਕਰ ਲੈਣੀ ਹੈ ਕਿ ਤੁਹਾਡੇ ਪਾਸ ਹੈ ਜਾਂ ਨਹੀਂ। ਨੰਬਰ 7 'ਤੇ ਪੋਲਿੰਗ ਸਟੇਸ਼ਨ ਦੀ ਡਿਸਟਿੰਗੁਇਸ਼ ਮਾਰਕ ਸਟੈਂਪ, ਜਿਹਦੇ ਉੱਤੇ ਬੂਥ ਨੰਬਰ ਵਗੈਰਾ ਲਿਖਿਆ ਹੁੰਦਾ ਹੈ, ਇੱਕ ਸਪੈਸ਼ਲ ਹਰੇਕ ਪੋਲਿੰਗ ਸਟੇਸ਼ਨ ਦੀ ਵੱਖਰੀ ਹੁੰਦੀ ਹੈ, ਉਹ ਤੁਸੀਂ ਜ਼ਰੂਰ ਇੰਸ਼ੋਰ ਕਰ ਲੈਣੀ ਹੈ ਕਿ ਪ੍ਰਾਪਤ ਕਰ ਲਈ ਹੈ ਜਾਂ ਨਹੀਂ। ਨੰਬਰ 8 'ਤੇ ਕ੍ਰਾਸ ਮਾਰਕ ਦੀਆਂ 2 ਮੋਹਰਾਂ, ਕਿਉਂਕਿ ਤੁਸੀਂ ਸਰਪੰਚ ਔਰ ਪੰਚ ਦੀ ਚੋਣ ਕਰਵਾਉਣ ਜਾ ਰਹੇ ਹੋ ਤਾਂ 2 ਐਕਸ ਮਾਰਕ ਦੀਆਂ 2 ਮੋਹਰਾਂ ਜਿਹੜੀਆਂ ਲੈ ਜਾਣੀਆਂ, ਜਿਹੜੀ ਕਿ ਤੁਸੀਂ ਵੋਟਰ ਨੂੰ ਮੁਹੱਈਆ ਕਰਵਾਉਣੀ ਹੈ। ਜਦੋਂ ਉਹ ਵੋਟ ਪਾਉਣ ਲਈ ਕੰਪਾਰਟਮੈਂਟ 'ਚ ਜਾਏਗਾ ਤਾਂ ਉਹ ਨਿਸ਼ਾਨ ਲਾ ਕੇ ਅਤੇ ਬਾਹਰ ਜੋ ਤੁਸੀਂ ਬੈਲਟ ਬਕਸਾ ਰੱਖਿਆ ਉਹਦੇ ਵਿੱਚ ਉਹ ਪਾਏਗਾ। ਅੱਗੇ 9 ਨੰਬਰ 'ਤੇ ਆ ਜਾਂਦਾ ਵੋਟਿੰਗ ਕੰਪਾਰਟਮੈਂਟ। ਨੰਬਰ 10 'ਤੇ ਫਾਰਮ ਨੰਬਰ 7 ਜਿਹੜਾ ਕਿ ਟੈਂਡਰ ਵੋਟਾਂ ਦੀ ਸੂਚੀ ਵਾਸਤੇ ਹੈ। ਇਸ ਤੋਂ ਬਾਅਦ ਨੰਬਰ 11 'ਤੇ ਫਾਰਮ ਨੰਬਰ 8 ਚੈਲੰਜ ਵੋਟਾਂ ਦੀ ਸੂਚੀ ਬਾਰੇ ਆ, ਅਤੇ ਫਾਰਮ ਨੰਬਰ 9 ਜਿਹੜਾ ਕਿ ਬਹੁਤ ਮਹੱਤਵਪੂਰਨ ਹੈ, ਵੋਟਾਂ ਦੀ ਗਿਣਤੀ ਦਾ ਵੇਰਵਾ ਇਹਦੇ ਵਿੱਚ ਤੁਸੀਂ ਭਰਨਾ। ਇਸ ਤੋਂ ਇਲਾਵਾ ਅੰਤਿਕਾ 8 ਅੰਨੇ ਅਤੇ ਦੁਰਲਭ ਵੋਟਰਾਂ ਦੀ ਸੂਚੀ ਇਹਦੇ ਵਿੱਚ ਤੁਸੀਂ ਤਿਆਰ ਕਰਨੀ ਹੈ। ਅੰਤਿਕਾ 9 ਚੋਣ ਨਤੀਜਾ ਤੁਸੀਂ ਇਹਦੇ ਵਿੱਚ ਤਿਆਰ ਕਰਨਾ। ਪ੍ਰਜ਼ਾਈਡਿੰਗ ਅਫਸਰ ਦੀ ਡਾਇਰੀ। ਅੰਤਿਕਾ 6 ਜੋ ਕਿ ਚੈੱਕ ਸਲਿੱਪ ਹੈ। ਜ਼ਰੂਰੀ ਲਿਫਾਫੇ, ਲਾਖ, ਮੈਟਲ ਸੀਲ, ਕਿੱਟ ਬੈਗ, ਹੋਰ ਜ਼ਰੂਰੀ ਸਮਾਨ ਇਹ ਤੁਸੀਂ ਜ਼ਰੂਰ ਇੰਸ਼ੋਰ ਕਰ ਲੈਣਾ ਕਿ ਤੁਹਾਡੇ ਪਾਸ ਹੈ ਜਦੋਂ ਤੁਸੀਂ ਚੋਣ ਕਰਵਾਉਣ ਲਈ ਜਾ ਰਹੇ ਹੋ। ਚੋਣ ਸਮੱਗਰੀ ਪ੍ਰਾਪਤ ਕਰਨ ਸਮੇਂ ਧਿਆਨ ਰੱਖਣ ਵਾਲੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਵਿੱਚ ਹੈ ਕਿ ਚੋਣ ਸਮੱਗਰੀ ਪ੍ਰਾਪਤ ਕਰਨ ਸਮੇਂ ਇਹ ਯਕੀਨੀ ਬਣਾ ਲਓ ਕਿ ਜੋ ਵੋਟਰ ਸੂਚੀਆਂ ਅਤੇ ਬੈਲਟ ਪੇਪਰ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਤੁਹਾਨੂੰ ਅਲਾਟ ਹੋਏ ਪੋਲਿੰਗ ਬੂਥ ਨਾਲ ਹੀ ਸੰਬੰਧਿਤ ਹਨ। ਪ੍ਰਾਪਤ ਹੋਏ ਬੈਲਟ ਪੇਪਰਾਂ ਦਾ ਕਿੱਟ ਵਿੱਚ ਮੌਜੂਦ ਫਾਰਮ ਨੰਬਰ 5 ਉਮੀਦਵਾਰਾਂ ਦੀ ਸੂਚੀ ਨਾਲ ਮਿਲਾਨ ਕਰ ਲਓ ਅਤੇ ਬੈਲਟ ਪੇਪਰਾਂ ਦੀ ਗਿਣਤੀ ਕਰਕੇ ਇਹ ਯਕੀਨੀ ਬਣਾ ਲਓ ਕਿ ਬੈਲਟ ਪੇਪਰਾਂ ਦੀ ਕੁੱਲ ਸੰਖਿਆ ਵੋਟਰ ਸੂਚੀ ਵਿੱਚ ਮੌਜੂਦ ਕੁੱਲ ਵੋਟਰਾਂ ਤੋਂ ਵੱਧ ਹੈ। ਸਮਾਨ ਨਾਲ ਪ੍ਰਾਪਤ ਹੋਏ ਡਿਸਟਿੰਗੁਇਸ਼ ਮਾਰਕ ਨੂੰ ਕਿਸੇ ਸਾਫ਼ ਕਾਗਜ਼ 'ਤੇ ਲਗਾ ਕੇ ਦੇਖ ਲਓ ਕਿ ਡਿਸਟਿੰਗੁਇਸ਼ ਮਾਰਕ ਮੋਹਰ ਉਸੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੈ ਜਿਹਦੇ ਉੱਤੇ ਤੁਸੀਂ ਚੋਣ ਕਰਵਾਉਣ ਜਾ ਰਹੇ ਹੋ। ਪ੍ਰਾਪਤ ਹੋਏ ਸਾਰੇ ਫਾਰਮਾਂ ਅਤੇ ਲਿਫਾਫਿਆਂ ਦੀ ਗਿਣਤੀ ਕਰ ਲਓ ਅਤੇ ਯਕੀਨੀ ਬਣਾਓ ਕਿ ਇਹ ਲੋੜ ਅਨੁਸਾਰ ਗਿਣਤੀ 'ਚ ਪੂਰੇ ਹੈ। ਪ੍ਰਾਪਤ ਹੋਏ ਬੈਲਟ ਬਕਸੇ ਨੂੰ ਖੋਲ੍ਹ ਕੇ ਅਤੇ ਬੰਦ ਕਰਕੇ ਯਕੀਨੀ ਬਣਾਓ ਕਿ ਇਹ ਠੀਕ ਸਥਿਤੀ ਵਿੱਚ ਹੈ, ਕਿਤੇ ਜਾਮ ਤਾਂ ਨਹੀਂ ਹੋਇਆ। ਕਿੱਟ ਵਿੱਚ ਪ੍ਰਾਪਤ ਦੂਸਰਾ ਸਾਰਾ ਸਮਾਨ ਨੱਥੀ ਸੂਚੀ ਅਨੁਸਾਰ ਜ਼ਰੂਰ ਚੈੱਕ ਕਰ ਲਓ।
ਚੋਣ ਸਮੱਗਰੀ ਪ੍ਰਾਪਤ ਕਰਨ ਉਪਰੰਤ ਪੋਲਿੰਗ ਸਟੇਸ਼ਨ 'ਤੇ ਪਹੁੰਚਣ ਲਈ ਪ੍ਰਸ਼ਾਸਨ ਵੱਲੋਂ ਨਿਰਧਾਰਤ ਬੱਸਾਂ ਉੱਪਰ ਸਿਕਿਉਰਿਟੀ ਨਾਲ ਜਾਣਾ ਯਕੀਨੀ ਬਣਾਇਆ ਜਾਵੇ। ਕਿਸੇ ਵੀ ਨਿੱਜੀ ਵਾਹਨ ਦੀ ਵਰਤੋਂ ਨਾ ਕੀਤੀ ਜਾਵੇ। ਆਮ ਤੌਰ 'ਤੇ ਅਸੀਂ ਇਸ ਤਰ੍ਹਾਂ ਦੀ ਗਲਤੀ ਕਰ ਲੈਂਦੇ ਹਾਂ ਕਿ ਆਪਣਾ ਵਾਹਨ ਲੈ ਜਾਂਦੇ ਹਾਂ, ਤਾਂ ਹਦਾਇਤ ਇਹੀ ਹੈ ਕਿ ਆਪਣੇ ਵਾਹਨ 'ਤੇ ਕਿਸੇ ਨੇ ਨਹੀਂ ਜਾਣਾ। ਕੇਵਲ ਜਿਹੜਾ ਪ੍ਰਸ਼ਾਸਨ ਵੱਲੋਂ ਜੋ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਸੁਰੱਖਿਆ ਸਹਿਤ, ਉਹਨਾਂ ਦੇ ਵਿੱਚ ਹੀ ਅਸੀਂ ਪੋਲਿੰਗ ਸਟੇਸ਼ਨ 'ਤੇ ਜਾਣਾ ਹੈ ਅਤੇ ਪੋਲਿੰਗ ਉਪਰੰਤ ਉਹਨਾਂ ਦੇ ਉੱਪਰ ਹੀ ਅਸੀਂ ਵਾਪਸ ਆਉਣਾ ਸਮਾਨ ਜਮ੍ਹਾਂ ਕਰਾਉਣ ਲਈ। ਅੱਗੇ ਆ ਜਾਂਦਾ ਪੋਲਿੰਗ ਸਟੇਸ਼ਨ 'ਤੇ ਪਹੁੰਚਣ ਉਪਰੰਤ ਕੀਤੇ ਜਾਣ ਵਾਲੇ ਕੰਮ। ਤੁਸੀਂ ਪੋਲਿੰਗ ਸਟੇਸ਼ਨ 'ਤੇ ਪਹੁੰਚ ਗਏ, ਉਸ ਤੋਂ ਬਾਅਦ ਤੁਸੀਂ ਕਿਹੜੇ ਕੰਮ ਕਰਨੇ ਆ। ਸਭ ਤੋਂ ਪਹਿਲੀ ਗੱਲ ਕਿ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਪੋਲਿੰਗ ਬੂਥ ਸੈੱਟ ਕਰੋ ਅਤੇ ਵੋਟਿੰਗ ਕੰਪਾਰਟਮੈਂਟ ਇਸ ਤਰ੍ਹਾਂ ਸੈੱਟ ਕਰੋ ਕਿ ਵੋਟਰ ਵੱਲੋਂ ਪਾਈ ਜਾਣ ਵਾਲੀ ਵੋਟ ਕੋਈ ਦੂਸਰਾ ਵਿਅਕਤੀ ਦੇਖ ਨਾ ਸਕੇ। ਵੈਸੇ ਤੁਹਾਡਾ ਇਹਦੇ ਵਿੱਚ ਬਹੁਤ ਤਜਰਬਾ ਹੈ, ਲੇਕਿਨ ਫਿਰ ਵੀ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਅੱਗੇ ਹੈ ਪੋਲਿੰਗ ਸਟੇਸ਼ਨ ਅੰਦਰ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਫੋਟੋ ਜਾਂ ਇਸ਼ਤਿਹਾਰ ਨਹੀਂ ਲੱਗਿਆ ਹੋਣਾ ਚਾਹੀਦਾ। ਨੰਬਰ 3, ਬੂਥ ਉੱਪਰ ਮੌਜੂਦ ਫਰਨੀਚਰ, ਲਾਈਟ ਆਦਿ ਦਾ ਜਾਇਜ਼ਾ ਲੈ ਲਓ ਅਤੇ ਯਕੀਨੀ ਬਣਾਓ ਕਿ ਬੂਥ ਉੱਪਰ ਔਰਤਾਂ, ਮਰਦ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਵੱਖੋ ਵੱਖਰੀਆਂ ਕਤਾਰਾਂ ਜਿਹੜੀਆਂ ਉਹ ਲਗਾਉਣ ਦੀ ਵਿਵਸਥਾ ਹੋਵੇ। ਨੰਬਰ 4, ਤੁਸੀਂ ਕੀ ਦੇਖਣਾ ਹੈ ਕਿ ਚੋਣ ਸਮੱਗਰੀ ਵਿੱਚ ਪ੍ਰਾਪਤ ਹੋਏ ਸਾਈਨ ਬੋਰਡ, ਫਾਰਮ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਨਿਰਧਾਰਤ ਸਥਾਨਾਂ 'ਤੇ ਲਗਾ ਲਈ ਹੈ। ਸਾਰੇ ਜ਼ਰੂਰੀ ਦਸਤਾਵੇਜ਼ ਤਰਤੀਬ 'ਚ ਕਰ ਲਓ। ਲਿਫਾਫਿਆਂ ਅਤੇ ਫਾਰਮਾਂ 'ਤੇ ਪੋਲਿੰਗ ਬੂਥ 'ਤੇ ਚੋਣ ਹਲਕੇ ਸੰਬੰਧੀ ਮੁੱਢਲੀ ਸੂਚਨਾ ਜਿਹੜੀ ਹੈ ਉਹ ਤੁਸੀਂ ਪਹਿਲੇ ਦਿਨ ਹੀ ਭਰ ਲਓ। ਕਿਸੇ ਵੀ ਹਾਲਤ ਵਿੱਚ ਪ੍ਰਾਪਤ ਹੋਏ ਬੈਲਟ ਪੇਪਰਾਂ 'ਤੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਦਸਤਖਤ ਨਾ ਕਰੋ। ਕੋਈ ਵੀ ਪੋਲਿੰਗ ਪਾਰਟੀ ਰਾਤ ਨੂੰ ਪੋਲਿੰਗ ਸਟੇਸ਼ਨ ਛੱਡ ਕੇ ਕਿਸੇ ਹੋਰ ਜਗ੍ਹਾ 'ਤੇ ਨਾ ਜਾਵੇ। ਇਹ ਇਸੇ ਤਰ੍ਹਾਂ ਦੀ ਹਦਾਇਤ ਜਿਹੜੀ ਹੈ ਪੋਲਿੰਗ ਸੰਬੰਧੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਦੇ ਵੱਲੋਂ ਕੀਤੀ ਗਈ ਹੈ ਕਿ ਅਸੀਂ ਪੋਲਿੰਗ ਸਟੇਸ਼ਨ ਨੂੰ ਬਿਲਕੁਲ ਵੀ ਨਹੀਂ ਛੱਡਣਾ। ਅੱਗੇ ਆ ਜਾਂਦਾ ਹੈ ਕਿ ਪੋਲਿੰਗ ਅਫਸਰਾਂ ਦੀਆਂ ਡਿਊਟੀਆਂ ਕਿਸ ਤਰ੍ਹਾਂ ਹੋਣਗੀਆਂ। ਜੋ ਪਹਿਲਾ ਪੋਲਿੰਗ ਅਫਸਰ ਹੈ, ਪਹਿਲਾ ਪੋਲਿੰਗ ਅਫਸਰ ਵੋਟਰ ਸੂਚੀ ਦੀ ਮਾਰਕਡ ਕਾਪੀ, ਰਜਿਸਟਰ ਆਫ ਵੋਟਰਸ ਅਤੇ ਅਮਿਟ ਸ਼ਾਹੀ ਦਾ ਇੰਚਾਰਜ ਹੋਏਗਾ। ਦੁਬਾਰਾ ਫਿਰ ਨੋਟ ਕਰ ਲਓ ਕਿ ਪਹਿਲਾ ਪੋਲਿੰਗ ਅਫਸਰ ਵੋਟਰ ਸੂਚੀ ਦੀ ਮਾਰਕਡ ਕਾਪੀ, ਰਜਿਸਟਰ ਆਫ ਵੋਟਰਸ ਅਤੇ ਅਮਿਟ ਸ਼ਾਹੀ ਦਾ ਇੰਚਾਰਜ ਹੋਵੇਗਾ। ਨੰਬਰ 2, ਵੋਟ ਪਾਉਣ ਆਏ ਵੋਟਰਾਂ ਦੀ ਪਹਿਚਾਣ ਕਰੇਗਾ। ਵੋਟਰ ਦੀ ਪਹਿਚਾਣ ਤੋਂ ਬਾਅਦ ਵੋਟਰ ਸੂਚੀ 'ਚ ਵੋਟਰ ਦੇ ਨਾਂ ਹੇਠ ਲਾਈਨ ਲਗਾਏਗਾ ਅਤੇ ਜੇਕਰ ਵੋਟਰ ਇਸਤਰੀ ਹੈ ਤਾਂ ਵੋਟਰ ਸੂਚੀ ਉੱਪਰ ਉਸ ਦੇ ਨਾਮ ਅੱਗੇ ਟਿਕ ਵੀ ਲਗਾਏਗਾ। ਰਜਿਸਟਰ ਆਫ ਵੋਟਰ ਵਿੱਚ ਵੋਟਰ ਦੀ ਐਂਟਰੀ ਕਰੇਗਾ ਅਤੇ ਵੋਟਰ ਦੇ ਇਸ ਰਜਿਸਟਰ ਵਿੱਚ ਪੂਰੇ ਹਸਤਾਖਰ ਕਰਵਾਏਗਾ। ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਭਾਵ ਅੰਗੂਠੇ ਦੇ ਨਾਲ ਵਾਲੀ ਉਂਗਲੀ 'ਤੇ ਅਮਿਟ ਸ਼ਾਹੀ ਦਾ ਨਿਸ਼ਾਨ ਲਗਾਏਗਾ ਅਤੇ ਵੋਟਰ ਨੂੰ ਵੋਟਰ ਸਲਿੱਪ ਦੇਵੇਗਾ। ਦੂਜਾ ਪੋਲਿੰਗ ਅਫਸਰ ਜਿਹੜਾ ਹੈ ਵੋਟਰ ਤੋਂ ਵੋਟਰ ਪਰਚੀ ਪ੍ਰਾਪਤ ਕਰੇਗਾ ਅਤੇ ਇੱਕ ਲਿਫਾਫੇ 'ਚ ਇਕੱਠੀਆਂ ਕਰਕੇ ਸਾਂਭ ਕੇ ਰੱਖੇਗਾ। ਸਰਪੰਚ ਦੀ ਚੋਣ ਲਈ ਬੈਲਟ ਪੇਪਰ ਅਤੇ ਦੂਸਰੀ ਵੋਟਰ ਸੂਚੀ ਦਾ ਇੰਚਾਰਜ ਹੋਵੇਗਾ। ਦੂਸਰਾ ਪੋਲਿੰਗ ਅਫਸਰ ਵੋਟਰ ਨੂੰ ਸਰਪੰਚ ਦੀ ਚੋਣ ਲਈ ਬੈਲਟ ਪੇਪਰ ਦੇਵੇਗਾ ਅਤੇ ਵੋਟਰ ਸੂਚੀ ਵਿੱਚ ਦਰਜ ਵੋਟਰ ਦਾ ਲੜੀ ਨੰਬਰ ਵੋਟਰ ਨੂੰ ਦਿੱਤੇ ਗਏ ਬੈਲਟ ਪੇਪਰ ਦੀ ਕਾਊਂਟਰ ਫਾਈਲ 'ਤੇ ਦਰਜ ਕਰੇਗਾ। ਕਾਊਂਟਰ ਫਾਈਲ 'ਤੇ ਵੋਟਰ ਦੇ ਹਸਤਾਖਰ ਜਾਂ ਅੰਗੂਠੇ ਦਾ ਨਿਸ਼ਾਨ ਵੀ ਲਗਾਉਣਾ ਹੋਏਗਾ। ਬੈਲਟ ਪੇਪਰ ਦੇਣ ਉਪਰੰਤ ਵੋਟਰ ਸੂਚੀ ਉੱਪਰ ਵੋਟਰ ਦੇ ਨਾਮ ਅੱਗੇ ਸਹੀ ਦਾ ਨਿਸ਼ਾਨ ਲਾਏਗਾ। ਬੈਲਟ ਪੇਪਰ ਨੂੰ ਖੜ੍ਹਵਾਂ ਭਾਵ ਵਰਟੀਕਲ ਤੈਅ ਕਰਕੇ ਵੋਟਰ ਨੂੰ ਦੇਵੇਗਾ ਤਾਂ ਕਿ ਜਿਹੜੀ ਹੈ ਉਹ ਜਿੱਥੇ ਉਹਨੇ ਸਟੈਂਪ ਲਾਈ ਹੈ ਜਿਹੜੇ ਆਪਣੇ ਕੈਂਡੀਡੇਟ ਨੂੰ, ਉਹ ਕਿਸੇ ਹੋਰ ਦੇ ਖਾਨੇ ਦੇ ਵਿੱਚ ਉਸ ਦਾ ਜਿਹੜਾ ਉਹ ਨਿਸ਼ਾਨ ਨਾ ਜਾ ਸਕੇ। ਤੀਸਰਾ ਪੋਲਿੰਗ ਅਫਸਰ ਜਿਹੜਾ ਹੈ ਇਹ ਪੋਲਿੰਗ ਅਫਸਰ ਪੰਚ ਦੀ ਚੋਣ ਲਈ ਬੈਲਟ ਪੇਪਰ ਅਤੇ ਵੋਟਰ ਸੂਚੀ ਦੀ ਤੀਸਰੀ ਨਕਲ ਦਾ ਜ਼ਿੰਮੇਵਾਰ ਹੋਵੇਗਾ। ਇਹ ਪੋਲਿੰਗ ਅਫਸਰ ਵੋਟਰ ਨੂੰ ਪੰਚਾਂ ਦੀ ਚੋਣ ਲਈ ਬੈਲਟ ਪੇਪਰ ਦੇਵੇਗਾ ਅਤੇ ਵੋਟਰ ਸੂਚੀ 'ਚ ਦਰਜ ਵੋਟਰ ਦਾ ਲੜੀ ਨੰਬਰ ਵੋਟਰ ਨੂੰ ਦਿੱਤੇ ਬੈਲਟ ਪੇਪਰ ਦੇ ਕਾਊਂਟਰ ਫਾਈਲ 'ਤੇ ਦਰਜ ਕਰੇਗਾ ਅਤੇ ਕਾਊਂਟਰ ਫਾਈਲ ਦੇ ਉੱਪਰ ਵੋਟਰ ਦੇ ਹਸਤਾਖਰ ਜਾਂ ਅੰਗੂਠੇ ਦਾ ਨਿਸ਼ਾਨ ਵੀ ਲਵਾਏਗਾ। ਵੋਟਰ ਸੂਚੀ 'ਚ ਵੋਟਰ ਦੇ ਨਾਮ ਅੱਗੇ ਸਹੀ ਦਾ ਨਿਸ਼ਾਨ ਲਾਵੇਗਾ। ਬੈਲਟ ਪੇਪਰ ਨੂੰ ਤੈਅ ਕਰਕੇ ਵੋਟਰ ਨੂੰ ਦੇਵੇਗਾ। ਅੱਗੇ ਆ ਜਾਂਦੇ ਚੌਥਾ ਪੋਲਿੰਗ ਅਫਸਰ ਜਿਸ ਦੀਆਂ ਕੀ ਜ਼ਿੰਮੇਵਾਰੀਆਂ ਹੈਗੀਆਂ ਉਹ ਆਪਾਂ ਸਾਂਝੀਆਂ ਕਰ ਲੈਂਦੇ ਹਾਂ। ਇਸ ਪੋਲਿੰਗ ਅਫਸਰ ਕੋਲ ਐਕਸ ਮਾਰਕ ਮੋਹਰ ਹੋਵੇਗੀ। ਵੋਟਰ ਨੂੰ ਐਕਸ ਮਾਰਕ ਮੋਹਰ ਸਿਆਹੀ ਲਗਾ ਕੇ ਦੇਵੇਗਾ ਅਤੇ ਵੋਟਰ ਨੂੰ ਦੱਸੇਗਾ ਕਿ ਵੋਟਰ ਵੋਟਿੰਗ ਕੰਪਾਰਟਮੈਂਟ ਜਾ ਕੇ ਆਪਣੇ ਪਸੰਦ ਦੇ ਉਮੀਦਵਾਰ ਦੇ ਨਾਮ ਅੱਗੇ ਮੋਹਰ ਲਾ ਕੇ ਬੈਲਟ ਪੇਪਰ ਤੈਅ ਕਰਕੇ ਬੈਲਟ ਬਕਸੇ 'ਚ ਪਾਵੇ। ਇਹ ਪੋਲਿੰਗ ਅਫਸਰ ਬੈਲਟ ਪੇਪਰ ਪਾਉਣ ਲਈ ਰੱਖੇ ਬੈਲਟ ਬਕਸੇ 'ਤੇ ਬਕਾਇਦਾ ਨਜ਼ਰ ਰੱਖੇਗਾ ਅਤੇ ਯਕੀਨੀ ਬਣਾਏਗਾ ਕਿ ਵੋਟਰ ਬੈਲਟ ਪੇਪਰਾਂ 'ਤੇ ਮੋਹਰ ਲਾਉਣ ਤੋਂ ਬਾਅਦ
ਬੈਲਟ ਪੇਪਰਾਂ ਨੂੰ ਬੈਲਟ ਬਕਸੇ 'ਚ ਪਾ ਗਿਆ ਹੈ ਅਤੇ ਐਕਸ ਮਾਰਕ ਮੋਹਰ ਉਸ ਨੂੰ ਵਾਪਸ ਕਰ ਗਿਆ। ਯਾਨੀ ਦੇਖਣ ਨੂੰ ਇਹ ਡਿਊਟੀ ਬੜੀ ਸੌਖੀ ਜਿਹੀ ਲੱਗਦੀ ਹੈ, ਲੇਕਿਨ ਇਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਕਾਫੀ ਵੱਡੀ ਹੈ। ਪ੍ਰਜ਼ਾਈਡਿੰਗ ਅਫਸਰ ਦੇ ਕੀ ਕੰਮ ਹੋਣਗੇ? ਪ੍ਰਜ਼ਾਈਡਿੰਗ ਅਫਸਰ ਜਿਹੜਾ ਹੈ ਉਹ ਚੋਣ ਦਾ ਓਵਰਆਲ ਇੰਚਾਰਜ ਹੋਏਗਾ। ਚੋਣ ਹੋਣ ਤੋਂ ਪਹਿਲਾਂ ਖਾਲੀ ਬੈਲਟ ਬਕਸਾ ਹਾਜ਼ਰ ਪੋਲਿੰਗ ਏਜੰਟਾਂ ਨੂੰ ਦਿਖਾਏਗਾ। ਖਾਲੀ ਬੈਲਟ ਬਕਸੇ ਨੂੰ ਬੰਦ ਕਰਕੇ ਅਤੇ ਐਡਰੈਸ ਟੈਗ ਨਾਲ ਬੈਲਟ ਬਕਸਾ ਸੀਲ ਕਰੇਗਾ। ਇਹ ਇੱਕ ਸਫੈਦ ਕਾਗਜ਼ ਉੱਪਰ ਹੋਣ ਵਾਲੀ ਚੋਣ ਦੀ ਭਾਵ ਗ੍ਰਾਮ ਪੰਚਾਇਤ ਅਤੇ ਪੋਲਿੰਗ ਬੂਥ ਦੀ ਜਾਣਕਾਰੀ ਲਿਖ ਕੇ ਬੈਲਟ ਬਕਸੇ ਦੇ ਉੱਤੇ ਗੂੰਦ ਨਾਲ ਪੇਸਟ ਕਰ ਦੇਗਾ। ਵੋਟ ਸ਼ੁਰੂ ਹੋਣ ਤੋਂ ਪਹਿਲਾਂ ਖਾਲੀ ਬੈਲਟ ਪੇਪਰਾਂ ਦਾ ਹਾਜ਼ਰ ਪੋਲਿੰਗ ਏਜੰਟਾਂ ਨੂੰ ਨਿਰੀਖਣ ਕਰਾਏਗਾ। ਵੋਟਰ ਨੂੰ ਵੋਟ ਪਾਉਣ ਲਈ ਦੇਣ ਵਾਲੇ ਹਰ ਬੈਲਟ ਪੇਪਰ ਦੇ ਪਿਛਲੇ ਪਾਸੇ ਇੱਕ ਆਪਣੇ ਪੂਰੇ ਹਸਤਾਖਰ ਕਰੇਗਾ ਅਤੇ ਪੋਲਿੰਗ ਬੂਥ ਦੀ ਡਿਸਟਿੰਗੁਇਸ਼ ਮਾਰਕ ਵਾਲੀ ਮੋਹਰ ਵੀ ਲਗਾਏਗਾ। ਚੋਣ ਸੰਬੰਧੀ ਸਾਰੇ ਦਸਤਾਵੇਜ਼ ਅਤੇ ਲਿਫਾਫੇ ਜਿਹੜੇ ਹੈ ਉਹ ਤਿਆਰ ਕਰਨ ਦੀ ਜ਼ਿੰਮੇਵਾਰੀ ਪ੍ਰਜ਼ਾਈਡਿੰਗ ਅਫਸਰ ਦੀ ਹੋਏਗੀ। ਨਿਯਮਾਂ ਅਨੁਸਾਰ ਸਾਰੀ ਚੋਣ ਪ੍ਰਕਿਰਿਆ ਨੇਪਰੇ ਚੜ੍ਹਾਏਗਾ। ਚੋਣ ਖਤਮ ਹੋਣ ਉਪਰੰਤ ਪੋਲਿੰਗ ਬੂਥ ਦੇ ਉੱਪਰ ਹੀ ਵੋਟਾਂ ਦੀ ਗਿਣਤੀ ਬੂਥ 'ਤੇ ਨਿਯੁਕਤ ਦੂਜੇ ਪੋਲਿੰਗ ਅਫਸਰਾਂ ਦੀ ਸਹਾਇਤਾ ਨਾਲ ਨਿਯਮਾਂ ਅਨੁਸਾਰ ਕਰੇਗਾ। ਵੋਟਾਂ ਦੀ ਗਿਣਤੀ ਉਪਰੰਤ ਸਾਰੇ ਬੂਥ ਦਾ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਫਾਰਮ ਨੰਬਰ 9 ਅਤੇ ਅੰਤਿਕਾ 9 ਤਿਆਰ ਕਰੇਗਾ। ਵੋਟਾਂ ਦੀ ਗਿਣਤੀ ਉਪਰੰਤ ਸਾਰੇ ਲਿਫਾਫੇ ਸੀਲ ਕਰੇਗਾ ਅਤੇ ਸਾਰਾ ਸਮਾਨ ਸੰਬੰਧਿਤ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਏਗਾ। ਅੱਗੇ ਆ ਜਾਂਦਾ ਹੈ ਬੈਲਟ ਬਕਸਾ ਤਿਆਰ ਕਰਨਾ ਅਤੇ ਬੰਦ ਕਰਨਾ। ਚੋਣ ਸੰਬੰਧੀ ਦਿੱਤੀ ਜਾਣ ਵਾਲੀਆਂ ਜਿਹੜੀਆਂ ਰਿਹਰਸਲਾਂ ਹੈਗੀਆਂ ਇਹਦੇ ਦੌਰਾਨ ਬੈਲਟ ਬਕਸਾ ਖੋਲ੍ਹਣਾ ਅਤੇ ਬੰਦ ਕਰਨਾ ਚੰਗੀ ਤਰ੍ਹਾਂ ਸਿੱਖ ਲੈਣਾ ਚਾਹੀਦਾ ਹੈ। ਪੋਲ ਸ਼ੁਰੂ ਹੋਣ ਤੋਂ ਨਿਰਧਾਰਤ ਸਮੇਂ ਤੋਂ ਘੱਟੋ ਘੱਟ 20 ਮਿੰਟ ਪਹਿਲਾਂ ਬੈਲਟ ਬਕਸਾ ਤਿਆਰ ਕਰ ਲਓ। ਹਾਜ਼ਰ ਉਮੀਦਵਾਰਾਂ ਪੋਲਿੰਗ ਏਜੰਟਾਂ ਨੂੰ ਖਾਲੀ ਬੈਲਟ ਬਕਸੇ ਦੀ ਇੰਸਪੈਕਸ਼ਨ ਕਰਾ ਲਓ। ਬੈਲਟ ਬਕਸਾ ਬੰਦ ਕਰਨ ਉਪਰੰਤ ਬੈਲਟ ਬਕਸੇ 'ਤੇ ਟੈਗ ਲੇਬਲ ਜਿਹੜਾ ਹੈ ਉਹ ਜ਼ਰੂਰ ਲਗਾ ਲਓ। ਬੈਲਟ ਬਕਸਿਆਂ ਲਈ ਟੈਗ ਲੇਬਲ ਦਾ ਨਮੂਨਾ ਗ੍ਰਾਮ ਪੰਚਾਇਤ ਦਾ ਨਾਮ, ਪੋਲਿੰਗ ਸਟੇਸ਼ਨ ਦਾ ਨਾਮ ਅਤੇ ਨੰਬਰ, ਪੋਲ ਦੀ ਮਿਤੀ, ਪ੍ਰਜ਼ਾਈਡਿੰਗ ਅਫਸਰ ਦਾ ਨਾਮ। ਪ੍ਰਜ਼ਾਈਡਿੰਗ ਅਫਸਰ ਆਪਣਾ ਨਾਮ ਲਿਖ ਕੇ ਨਾਲ ਫ਼ੋਨ ਨੰਬਰ ਵੀ ਲਿਖ ਦੇਵੇ। ਵੋਟਿੰਗ ਪ੍ਰਕਿਰਿਆ ਦੌਰਾਨ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਨੇ, ਪੋਲਿੰਗ ਬੂਥ ਉੱਪਰ ਕਿਸੇ ਵੀ ਉਮੀਦਵਾਰ, ਪੋਲਿੰਗ ਏਜੰਟ ਜਾਂ ਵੋਟਰ ਨੂੰ ਮੋਬਾਈਲ ਫੋਨ ਲੈ ਕੇ ਆਉਣ ਦੀ ਇਜਾਜ਼ਤ ਨਾ ਦਿਓ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਵੋਟਰ ਨੂੰ ਬੈਲਟ ਪੇਪਰ ਲਗਾਤਾਰ ਲੜੀ ਨੰਬਰ ਅਨੁਸਾਰ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਜੋ ਚੋਣ ਜਿਹੜੀ ਹੈ ਗੁਪਤ ਰਹੇ, ਪਰ ਅਖੀਰ 'ਚ ਬੈਲਟ ਪੇਪਰ ਲੜੀ ਨੰਬਰ ਅਨੁਸਾਰ ਜਾਰੀ ਕੀਤੇ ਜਾਣ ਤਾਂ ਜੋ ਬੈਲਟ ਪੇਪਰਾਂ ਦੇ ਹਿਸਾਬ ਦਾ ਮਿਲਾਨ ਕਰਨ ਦੇ ਵਿੱਚ ਕੋਈ ਕਠਿਨਾਈ ਨਾ ਆਵੇ। ਮਹੱਤਵਪੂਰਨ ਹਰ ਘਟਨਾ ਨੂੰ ਪ੍ਰਜ਼ਾਈਡਿੰਗ ਅਫਸਰ ਡਾਇਰੀ ਵਿੱਚ ਜ਼ਰੂਰ ਦਰਜ ਕਰੇ। ਪੋਲਿੰਗ ਏਜੰਟ ਚੋਣ ਲੜ ਰਹੇ ਉਮੀਦਵਾਰ ਵੱਲੋਂ ਹਰ ਬੂਥ 'ਤੇ ਪੋਲਿੰਗ ਏਜੰਟ ਦੀ ਨਿਯੁਕਤੀ ਕੀਤੀ ਜਾਂਦੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੈ, ਅਤੇ ਪੋਲਿੰਗ ਏਜੰਟ ਸੰਬੰਧਿਤ ਪੋਲਿੰਗ ਬੂਥ ਦਾ ਵੋਟਰ ਹੁੰਦਾ ਹੈ। ਹਰ ਪੋਲਿੰਗ ਏਜੰਟ ਪੋਲਿੰਗ ਏਜੰਟਾਂ ਵਾਲਾ ਫਾਰਮ ਭਰ ਕੇ ਜਿਸ ਉੱਪਰ ਉਮੀਦਵਾਰ ਦੇ ਦਸਤਖਤ ਹੋਣਗੇ ਪ੍ਰਜ਼ਾਈਡਿੰਗ ਅਫਸਰ ਸਾਹਮਣੇ ਪੇਸ਼ ਕਰੇਗਾ। ਪੋਲਿੰਗ ਸਟੇਸ਼ਨ ਦੇ ਤੇ ਇੱਕ ਸਮੇਂ ਉਮੀਦਵਾਰ ਦਾ ਕੇਵਲ ਇੱਕ ਪੋਲਿੰਗ ਏਜੰਟ ਹੀ ਹਾਜ਼ਰ ਰਹਿ ਸਕਦਾ ਹੈ। ਅੱਗੇ ਆ ਜਾਂਦਾ ਹੈ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਕਈ ਵਿਸ਼ੇਸ਼ ਕੇਸ ਆ ਜਾਂਦੇ, ਉਹਦੇ ਬਾਰੇ ਆਪਾਂ ਕੁਝ ਗੱਲਾਂ ਸਾਂਝੀਆਂ ਕਰ ਲਈਏ। ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਵੋਟਰ ਦੱਸਦੇ ਹੋਏ ਵੋਟ ਪਾਉਣ ਆਉਂਦਾ ਹੈ ਜਾਂ ਪਹਿਲਾਂ ਪੋਲਿੰਗ ਅਫਸਰ ਵੋਟਰ ਸੂਚੀ ਨੂੰ ਦੇਖ ਕੇ ਇਹ ਪਤਾ ਲਾਉਂਦਾ ਹੈ ਕਿ ਉਪਰੋਕਤ ਵਿਅਕਤੀ ਦੀ ਵੋਟ ਪਹਿਲਾਂ ਹੀ ਕੋਈ ਹੋਰ ਪਾ ਚੁੱਕਾ ਹੈ, ਤਾਂ ਪਹਿਲਾ ਪੋਲਿੰਗ ਅਫਸਰ ਵੋਟ ਪਾਉਣ ਆਏ ਉਪਰੋਕਤ ਵਿਅਕਤੀ ਦੀ ਪਹਿਚਾਣ ਦੇ ਦਸਤਾਵੇਜ਼ ਲੈਣ ਉਪਰੰਤ ਉਸ ਨੂੰ ਵੋਟ ਪਾਉਣ ਦੀ ਆਗਿਆ ਦੇਵੇਗਾ। ਉਸ ਦੇ ਖੱਬੇ ਹੱਥ ਦੀ ਪਹਿਲੀ ਉਂਗਲ 'ਤੇ ਅਮਿਟ ਸ਼ਾਹੀ ਦਾ ਨਿਸ਼ਾਨ ਲਾਏਗਾ। ਉਪਰੋਕਤ ਵੋਟਰ ਨੂੰ ਬੈਲਟ ਪੇਪਰਾਂ ਦੇ ਪੈਕਟਾਂ ਵਿੱਚੋਂ ਆਖਰੀ ਲੜੀ ਨੰਬਰ ਵਾਲਾ ਬੈਲਟ ਪੇਪਰ ਜਾਰੀ ਕੀਤਾ ਜਾਵੇਗਾ। ਇੱਥੇ ਗੱਲ ਜ਼ਰੂਰ ਨੋਟ ਕਰ ਲਓ ਕਿ ਜਦੋਂ ਵੀ ਇਸ ਤਰ੍ਹਾਂ ਦਾ ਟੈਂਡਰ ਵੋਟ ਜਿਹੜੀ ਪਾਉਣ ਕੋਈ ਆਉਂਦਾ ਤਾਂ ਉਸ ਵੋਟਰ ਨੂੰ ਬੈਲਟ ਪੇਪਰਾਂ ਦੇ ਪੈਕਟਾਂ 'ਚੋਂ ਆਖਰੀ ਲੜੀ ਨੰਬਰ ਵਾਲਾ ਬੈਲਟ ਪੇਪਰ ਜਾਰੀ ਕੀਤਾ ਜਾਣਾ ਹੈ ਅਤੇ ਪ੍ਰਜ਼ਾਈਡਿੰਗ ਅਫਸਰ ਜਾਰੀ ਕੀਤੇ ਬੈਲਟ ਪੇਪਰ ਦੀ ਕਾਊਂਟਰ ਫਾਈਲ ਅਤੇ ਟੈਂਡਰਡ ਬੈਲਟ ਪੇਪਰ ਕਾਊਂਟਰ ਫਾਈਲ ਦੇ ਉੱਤੇ ਟੈਂਡਰਡ ਬੈਲਟ ਪੇਪਰ ਲਿਖੇਗਾ ਅਤੇ ਕਾਊਂਟਰ ਫਾਈਲ 'ਤੇ ਆਪਣੇ ਦਸਤਖਤ ਕਰੇਗਾ ਅਤੇ ਵੋਟਰ 'ਤੇ ਦਸਤਖਤ ਵੀ ਕਰਵਾਏਗਾ। PRO ਉਪਰੋਕਤ ਦਾ ਵੇਰਵਾ ਨੰਬਰ 7 ਵਿੱਚ ਦਰਜ ਕਰੇਗਾ ਅਤੇ ਉਪਰੋਕਤ ਫਾਰਮ ਵਿੱਚ ਵੋਟਰ ਦੇ ਦਸਤਖਤ ਵੀ ਪ੍ਰਾਪਤ ਕਰੇਗਾ। ਯਾਦ ਰਹੇ ਕਿ ਇਹ ਵੇਰਵਾ ਜਿਹੜਾ ਫਾਰਮ ਨੰਬਰ 7 ਦੇ ਵਿੱਚ ਭਰਨਾ ਹੈ ਅਤੇ ਉਸ ਫਾਰਮ ਦੇ ਉੱਤੇ ਵੋਟਰ ਦੇ ਦਸਤਖਤ ਵੀ ਲੈਣੇ ਹੈ।
ਨੰਬਰ 5, ਵੋਟਰ ਵੱਲੋਂ ਵੋਟਿੰਗ ਕੰਪਾਰਟਮੈਂਟ ਜਾ ਕੇ ਬੈਲਟ ਪੇਪਰ 'ਤੇ ਮੋਹਰ ਲਾ ਕੇ ਬੈਲਟ ਪੇਪਰ ਤਹਿ ਲਾ ਕੇ ਬੈਲਟ ਬਕਸੇ ਵਿੱਚ ਨਹੀਂ ਪਾਇਆ ਜਾਵੇਗਾ, ਸਗੋਂ PRO ਨੂੰ ਦਿੱਤਾ ਜਾਵੇਗਾ, ਜੋ ਟੈਂਡਰ ਬੈਲਟ ਪੇਪਰ 'ਤੇ ਫਾਰਮ ਨੰਬਰ 7 ਨੂੰ ਸੰਬੰਧਿਤ ਲਿਫਾਫੇ 'ਚ ਪਾ ਕੇ ਸੀਲ ਕਰੇਗਾ। ਇਹ ਚੀਜ਼ ਜ਼ਰੂਰ ਨੋਟ ਕਰਨੀ ਹੈ ਕਿ ਇਹਨੂੰ ਬੈਲਟ ਬਕਸੇ ਦੇ ਵਿੱਚ ਨਹੀਂ ਪਾਉਣਾ ਅਤੇ PRO ਨੇ ਉਹਨੂੰ ਪ੍ਰਾਪਤ ਕਰ ਲੈਣਾ ਅਤੇ ਜਿਹੜਾ ਟੈਂਡਰਡ ਬੈਲਟ ਪੇਪਰ ਹੈ ਫਾਰਮ ਨੰਬਰ 7 ਸੰਬੰਧਿਤ ਲਿਫਾਫੇ 'ਚ ਪਾ ਕੇ ਸੀਲ ਕਰ ਦੇਣਾ। ਚੈਲੰਜ ਵੋਟ, ਜੇ ਕੋਈ ਪੋਲਿੰਗ ਏਜੰਟ ਕਿਸੇ ਵੋਟਰ ਦੀ ਪਹਿਚਾਣ ਦੀ ਚੁਣੌਤੀ ਕਰੇ ਤਾਂ PRO ਖੁਦ ਇਸ ਦਾ ਨਿਪਟਾਰਾ ਕਰੇਗਾ। ਮੁੱਢਲੀ ਪੁੱਛ ਪੜਤਾਲ ਉੱਤੇ ਵੋਟਰ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਜੇਕਰ ਉਸ ਦੀ ਪਹਿਚਾਣ ਠੀਕ ਪਾਈ ਗਈ ਤਾਂ PRO ਉਸ ਨੂੰ ਵੋਟ ਪਾਉਣ ਦੀ ਆਗਿਆ ਦੇਵੇਗਾ। ਜੇਕਰ ਵੋਟ ਪਾਉਣ ਆਇਆ ਵੋਟਰ ਗਲਤ ਪਾਇਆ ਗਿਆ ਤਾਂ PRO ਇਸ ਦੀ ਲਿਖਤੀ ਸੂਚਨਾ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੇਵੇਗਾ ਅਤੇ ਉਕਤ ਵਿਅਕਤੀ ਨੂੰ ਦੇ ਵਿਰੁੱਧ ਕੇਸ ਦਰਜ ਕਰਵਾਏਗਾ। PRO ਉਪਰੋਕਤ ਦਾ ਵੇਰਵਾ ਫਾਰਮ ਨੰਬਰ 8 ਵਿੱਚ ਦਰਜ ਕਰੇਗਾ। ਅੰਨ੍ਹੇ ਅਤੇ ਦੁਰਲਭ ਵੋਟਰਾਂ ਦੀ ਵੋਟ ਕਿਵੇਂ ਪਾਉਣੀ ਹੈ? ਜੇਕਰ ਕੋਈ ਅੰਨ੍ਹਾ ਜਾਂ ਸਰੀਰਕ ਤੌਰ 'ਤੇ ਅਪਾਹਜ ਵੋਟਰ ਵੋਟ ਪਾਉਣ ਆਉਂਦਾ ਅਤੇ ਮੰਗ ਕਰਦਾ ਹੈ ਕਿ ਉਹ ਕਿਸੇ ਦੀ ਸਹਾਇਤਾ ਤੋਂ ਬਿਨਾਂ ਵੋਟ ਨਹੀਂ ਪਾ ਸਕਦਾ ਤਾਂ ਉਪਰੋਕਤ ਵੋਟਰ ਆਪਣੇ ਨਾਲ ਇੱਕ ਸਾਥੀ ਜਿਸ ਦੀ ਉਮਰ 18 ਸਾਲ ਦੀ ਹੋਵੇ ਉਹਨੂੰ ਵੋਟ ਪਾਉਣ ਲਈ ਆਪਣੇ ਨਾਲ ਵੋਟਿੰਗ ਕੰਪਾਰਟਮੈਂਟ 'ਚ ਲਿਜਾ ਸਕਦਾ ਹੈ। ਇਹ ਯਕੀਨੀ ਬਣਾ ਲਿਆ ਜਾਵੇ ਕਿ ਇੱਕ ਸਾਥੀ ਇੱਕ ਪੋਲਿੰਗ ਸਟੇਸ਼ਨ 'ਤੇ ਇੱਕ ਤੋਂ ਵੱਧ ਅੰਨ੍ਹੇ ਜਾਂ ਅਪਾਹਜ ਵੋਟਰ ਦੇ ਨਾਲ ਬਤੌਰ ਸਾਥੀ ਕੰਮ ਨਹੀਂ ਕਰ ਸਕਦਾ। ਦੇਖਣ 'ਚ ਆਉਂਦਾ ਹੈ ਕਿ ਕੋਈ ਬੰਦਾ ਵਾਰ-ਵਾਰ ਇਸ ਤਰ੍ਹਾਂ ਦੇ ਕੇਸ ਲੈ ਕੇ ਆਉਂਦਾ ਤਾਂ ਉਹ ਅਸੀਂ ਚੀਜ਼ ਨਹੀਂ ਪੋਸੀਬਲ ਹੋਣ ਦੇਣੀ। ਇੱਕ ਵਾਰੀ ਕੇਵਲ ਇੱਕ ਵਿਅਕਤੀ ਹੀ ਸਾਥੀ ਦੇ ਤੌਰ 'ਤੇ ਆ ਸਕਦਾ ਹੈ। PRO ਅਜਿਹੇ ਸਾਰੇ ਕੇਸਾਂ ਦਾ ਰਿਕਾਰਡ ਫਾਰਮ ਨੰਬਰ 8 ਦੇ ਵਿੱਚ ਰੱਖੇਗਾ। ਅੱਗੇ ਆ ਜਾਂਦਾ ਕੈਂਸਲ ਬੈਲਟ ਪੇਪਰ। ਜੇਕਰ ਕਿਸੇ ਵੋਟਰ ਨੂੰ ਬੈਲਟ ਪੇਪਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਕਿਸੇ ਕਾਰਨ ਵੋਟ ਪਾਉਣ ਤੋਂ ਪਹਿਲਾਂ ਵੋਟਰ ਤੋਂ ਉਪਰੋਕਤ ਬੈਲਟ ਪੇਪਰ ਖਰਾਬ ਹੋ ਗਿਆ ਤਾਂ ਉਪਰੋਕਤ ਬੈਲਟ ਪੇਪਰ 'ਤੇ ਕੈਂਸਲਡ ਲਿਖ ਕੇ ਇਸ ਦਾ ਵੱਖਰਾ ਲਿਫਾਫਾ ਤਿਆਰ ਕੀਤਾ ਜਾਵੇ ਅਤੇ ਵੋਟਰ ਨੂੰ ਵੋਟ ਪਾਉਣ ਲਈ ਨਵਾਂ ਬੈਲਟ ਪੇਪਰ ਜਾਰੀ ਕੀਤਾ ਜਾਵੇ। ਕੋਸ਼ਿਸ਼ ਕਰਨੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਨਾ ਬਣੇ, ਪਰ ਫਿਰ ਵੀ ਜੇ ਕਿਤੇ ਬਣ ਜਾਂਦੀ ਤਾਂ ਇਹ ਕਾਰਵਾਈ ਜਿਹੜੀ ਹੈ ਕਰ ਲਈ ਜਾਵੇ। ਜੇਕਰ ਕੋਈ ਵੋਟਰ ਬੈਲਟ ਪੇਪਰ ਪ੍ਰਾਪਤ ਕਰਨ ਤੋਂ ਬਾਅਦ ਇਹ ਫੈਸਲਾ ਕਰੇ ਕਿ ਉਸ ਨੂੰ ਵੋਟ ਨਹੀਂ ਪਾਉਣੀ ਤਾਂ ਉਪਰੋਕਤ ਬੈਲਟ ਪੇਪਰਾਂ ਦੇ ਉੱਪਰ ਵੀ ਕੈਂਸਲਡ ਰਿਟਰਨਡ ਲਿਖ ਕੇ ਵੱਖਰੇ ਲਿਫਾਫੇ ਵਿੱਚ ਪਾਇਆ ਜਾਵੇਗਾ। ਪੋਲ ਬੰਦ ਕਰਨਾ। ਪੋਲ ਬੰਦ ਕਰਨ ਲਈ ਨਿਰਧਾਰਤ ਸਮੇਂ ਤੋਂ 5 ਮਿੰਟ ਪਹਿਲਾਂ ਪੋਲਿੰਗ ਸਟੇਸ਼ਨ ਦੇ ਬਾਹਰ ਆ ਕੇ PRO ਇਹ ਘੋਸ਼ਣਾ ਕਰੇਗਾ ਕਿ ਵੋਟ ਪਾਉਣ ਲਈ 5 ਮਿੰਟ ਦਾ ਸਮਾਂ ਬਾਕੀ ਹੈ। ਜੋ ਵਿਅਕਤੀ ਵੋਟ ਪਾਉਣ ਦੇ ਚਾਹਵਾਨ ਹਨ ਲਾਈਨ ਵਿੱਚ ਖੜ੍ਹੇ ਹੋ ਜਾਣ। ਪ੍ਰੈਜ਼ਾਈਡਿੰਗ ਅਫਸਰ ਲਾਈਨ ਵਿੱਚ ਖੜ੍ਹੇ ਵਿਅਕਤੀਆਂ ਨੂੰ ਆਖਰੀ ਵੋਟਰ ਤੋਂ ਸ਼ੁਰੂ ਕਰਦੇ ਹੋਏ ਆਪਣੇ ਹਸਤਾਖਰ ਵਾਲੀਆਂ ਪਰਚੀਆਂ ਵੰਡੇਗਾ ਅਤੇ ਲਾਈਨ ਵਿੱਚ ਖੜ੍ਹੇ ਵੋਟਰਾਂ ਦੀਆਂ ਵੋਟਾਂ ਦਾ ਭੁਗਤਾਨ ਕਰਵਾਏਗਾ। ਪੋਲ ਖਤਮ ਹੋਣ ਤੋਂ ਬਾਅਦ PRO ਅੰਤਕਾ 6 ਚੈੱਕ ਸਲਿੱਪ ਵਿੱਚ ਪਈਆਂ ਵੋਟਾਂ ਦਾ ਅਕਾਊਂਟ ਤਿਆਰ ਕਰੇਗਾ। ਪੋਲ ਬੰਦ ਹੋਣ ਉਪਰੰਤ ਬੈਲਟ ਬਕਸੇ ਨੂੰ ਸੀਲ ਬੰਦ ਕਰਨਾ। ਪੋਲ ਬੰਦ ਹੋਣ ਉਪਰੰਤ ਬੈਲਟ ਬਕਸੇ ਉੱਪਰ ਲੱਗੀ ਪੱਤੀ ਨੂੰ ਘੁਮਾ ਕੇ ਬੈਲਟ ਬਕਸਾ ਬੰਦ ਕੀਤਾ ਜਾਵੇਗਾ ਅਤੇ ਵੋਟਾਂ ਦੀ ਗਿਣਤੀ ਲਈ ਜੇਕਰ ਬੈਲਟ ਬਕਸੇ ਨੂੰ ਸਭ ਤੋਂ ਪਹਿਲੇ ਪੋਲਿੰਗ ਸਟੇਸ਼ਨ 'ਤੇ ਲੈ ਕੇ ਜਾਣਾ ਹੈ ਤਾਂ ਬੈਲਟ ਬਕਸੇ ਨੂੰ ਧਾਗੇ, ਟੈਗ ਅਤੇ ਲਾਕ ਨਾਲ ਸੀਲ ਬੰਦ ਕੀਤਾ ਜਾਵੇਗਾ। ਯਾਨੀ ਉਹਨੂੰ ਬਕਾਇਦਾ ਸੀਲ ਕਰਕੇ ਹੀ ਲੈ ਕੇ ਜਾਣਾ, ਚਾਹੇ ਤੁਸੀਂ ਉਸਨੂੰ 50 ਮੀਟਰ ਦੇ ਵੀ ਕਿਉਂ ਨਾ ਲੈ ਕੇ ਜਾਣਾ ਹੋਵੇ। ਵੋਟਾਂ ਦੀ ਗਿਣਤੀ। ਪੋਲ ਖਤਮ ਹੋਣ ਤੋਂ ਬਾਅਦ ਵੋਟਾਂ ਦੀ ਜਿਹੜੀ ਗਿਣਤੀ ਆ ਪੋਲਿੰਗ ਸਟੇਸ਼ਨ 'ਤੇ ਕੀਤੀ ਜਾਣੀ ਹੈ। ਗ੍ਰਾਮ ਪੰਚਾਇਤ ਵਿੱਚ ਇੱਕ ਤੋਂ ਵੱਧ ਪੋਲਿੰਗ ਬੂਥ ਹੋਣ ਦੀ ਸੂਰਤ ਵਿੱਚ ਪਹਿਲੇ ਪੋਲਿੰਗ ਬੂਥ ਦਾ ਪ੍ਰੈਜ਼ਾਈਡਿੰਗ ਅਫਸਰ ਵੋਟਾਂ ਦੀ ਗਿਣਤੀ ਲਈ ਸਹਾਇਕ ਰਿਟਰਨਿੰਗ ਅਫਸਰ ਦੇ ਤੌਰ 'ਤੇ ਕੰਮ ਕਰੇਗਾ ਅਤੇ ਸਾਰੇ ਬੂਥਾਂ ਦੀ ਗਿਣਤੀ ਦਾ ਓਵਰਆਲ ਇੰਚਾਰਜ ਹੋਵੇਗਾ। ਵੋਟਾਂ ਦੀ ਗਿਣਤੀ ਸਮੇਂ ਉਮੀਦਵਾਰ ਜਾਂ ਉਸ ਦਾ ਕਾਊਂਟਿੰਗ ਏਜੰਟ ਇੱਕ ਜਣਾ ਹੀ ਗਿਣਤੀ ਵਿੱਚ ਸ਼ਾਮਲ ਹੋ ਸਕਦਾ ਹੈ। ਜੇਕਰ ਕਾਊਂਟਿੰਗ ਏਜੰਟ ਨੇ ਗਿਣਤੀ ਵਿੱਚ ਸ਼ਾਮਲ ਹੋਣਾ ਹੈ ਤਾਂ ਉਸ ਦਾ ਨਿਯੁਕਤੀ ਪੱਤਰ ਪ੍ਰਾਪਤ ਕਰੋ। ਵੋਟਾਂ ਦੀ ਗਿਣਤੀ ਲਈ ਪੋਲਿੰਗ ਸਟੇਸ਼ਨ 'ਤੇ ਪਹਿਲੇ ਪੋਲਿੰਗ ਬੂਥ ਨੂੰ ਗਿਣਤੀ ਦਾ ਕੇਂਦਰ ਮੰਨਿਆ ਜਾਵੇਗਾ। ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ। ਉਮੀਦਵਾਰ ਖੁਦ ਜਾਂ ਉਸ ਦੇ ਕਾਊਂਟਿੰਗ ਏਜੰਟ ਅਤੇ ਗਿਣਤੀ ਲਈ ਨਿਯੁਕਤ ਸਟਾਫ ਤੋਂ ਬਿਨਾਂ ਬਾਕੀ ਵਿਅਕਤੀਆਂ ਨੂੰ ਗਿਣਤੀ ਕੇਂਦਰ ਤੋਂ ਬਾਹਰ ਕੱਢ ਲਓ। ਗਿਣਤੀ ਲਈ ਨਿਯੁਕਤ ਸਟਾਫ ਤੋਂ ਬਿਨਾਂ ਕੋਈ ਵੀ ਉਮੀਦਵਾਰ ਜਾਂ ਕਾਊਂਟਿੰਗ ਏਜੰਟ ਗਿਣਤੀ ਕੇਂਦਰ ਅੰਦਰ ਮੋਬਾਈਲ ਫੋਨ ਨਹੀਂ ਲਿਜਾ ਸਕਦਾ। ਸਾਰੇ ਬੈਲਟ ਬਕਸੇ ਗਿਣਤੀ ਕੇਂਦਰ 'ਤੇ ਇਕੱਠੇ ਕਰੋ। ਸਰਪੰਚ ਅਤੇ ਪੰਚ ਦੀਆਂ ਵੋਟਾਂ ਲਈ ਗਿਣਤੀ ਬੂਥ ਵਾਈਜ਼ ਕੀਤੀ ਜਾਵੇਗੀ। ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਬੈਲਟ ਬਕਸੇ ਦੀ ਹਾਜ਼ਰ ਉਮੀਦਵਾਰ ਜਾਂ ਕਾਊਂਟਿੰਗ ਏਜੰਟ ਤੋਂ ਜਾਂਚ ਕਰਵਾ ਲਓ। ਵੋਟਾਂ ਦੀ ਗਿਣਤੀ ਕਿਸੇ ਵੱਡੇ ਮੇਜ਼ ਉੱਪਰ ਸ਼ੁਰੂ ਕਰੋ। ਬੈਲਟ ਬਕਸੇ ਵਿੱਚੋਂ ਸਾਰੇ ਬੈਲਟ ਪੇਪਰ ਬਾਹਰ ਕੱਢੋ।
ਰੰਗਾਂ ਦੇ ਹਿਸਾਬ ਨਾਲ ਸਰਪੰਚ ਤੇ ਪੰਚ ਦੇ ਬੈਲਟ ਪੇਪਰ ਵੱਖ-ਵੱਖ ਕਰ ਲਓ। ਬੈਲਟ ਪੇਪਰਾਂ ਦੇ ਪੈਕਟ ਬਣਾ ਲਓ। ਪੰਚ ਅਤੇ ਸਰਪੰਚ ਦੀ ਵੱਖਰੀ ਵੱਖਰੀ ਗਿਣਤੀ ਕਰੋ। ਫਾਰਮ ਨੰਬਰ 9 ਅਤੇ ਅੰਤਕਾ 9 ਵਿੱਚ ਸਰਪੰਚ ਅਤੇ ਪੰਚ ਦਾ ਬੂਥ ਵਾਈਜ਼ ਅਤੇ ਕੰਪਾਈਲਡ ਨਤੀਜਾ ਤਿਆਰ ਕਰੋ ਅਤੇ ਸੰਬੰਧਿਤ ਉਮੀਦਵਾਰਾਂ ਅਤੇ ਬੂਥ ਦੇ PRO ਦੇ ਬਕਾਇਦਾ ਦਸਤਖਤ ਕਰਵਾਓ ਅਤੇ ਗਿਣਤੀ ਲਈ ਨਿਯੁਕਤ ਸਹਾਇਕ ਰਿਟਰਨਿੰਗ ਅਫਸਰ ਆਪਣੇ ਦਸਤਖਤ ਵੀ ਉਹਦੇ ਉੱਤੇ ਖੁਦ ਕਰੇ। ਰੱਦ ਹੋਣ ਵਾਲੇ ਬੈਲਟ ਪੇਪਰਾਂ ਦਾ ਵੇਰਵਾ ਕਿਸ ਤਰ੍ਹਾਂ ਰੱਖਣਾ ਹੈ? ਜਿਸ ਬੈਲਟ ਪੇਪਰ 'ਤੇ ਕੋਈ ਨਿਸ਼ਾਨ ਜਾਂ ਲਿਖਤ ਹੋਵੇ ਜਿਸ ਦਾ ਵੋਟਰ ਦੀ ਪਛਾਣ ਕੀਤੀ ਜਾ ਸਕੇ, ਜਿਸ ਨਾਲ ਵੋਟਰ ਦੀ ਪਛਾਣ ਕੀਤੀ ਜਾ ਸਕੇ। ਨੰਬਰ 2, ਜਿਸ 'ਤੇ X ਮਾਰਕ ਮੋਹਰ ਦੀ ਥਾਂ ਹੋਰ ਨਿਸ਼ਾਨ ਲੱਗਿਆ ਹੋਵੇ। ਜੇਕਰ ਬੈਲਟ ਪੇਪਰ ਜਾਅਲੀ ਹੋਵੇ। ਫਟਿਆ ਬੈਲਟ ਪੇਪਰ ਜਿਸ ਦੀ ਸ਼ਨਾਖਤ ਸਹੀ ਬੈਲਟ ਪੇਪਰ ਵਜੋਂ ਨਾ ਹੋ ਰਹੀ ਹੋਵੇ। ਜਿਸ 'ਤੇ ਵੋਟਰ ਵੱਲੋਂ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ X ਮੋਹਰ ਨਾ ਲਗਾਈ ਗਈ ਹੋਵੇ। ਜਿਸ ਬੈਲਟ ਪੇਪਰ 'ਤੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਹੱਕ ਵਿੱਚ X ਮੋਹਰ ਲਗਾਈ ਗਈ ਹੋਵੇ, ਯਾਨੀ ਕ੍ਰਾਸ ਮੋਹਰ ਲਗਾਈ ਹੋਵੇ। ਇਹ ਜਿਹੜੇ ਹੈਗੇ ਆ ਕੁਝ ਨਿਯਮ ਨੇ ਵੋਟ ਨੂੰ ਬੈਲਟ ਪੇਪਰ ਨੂੰ ਰੱਦ ਕਰਨ ਦੇ। ਰੱਦ ਹੋਣ ਵਾਲੇ ਬੈਲਟ ਪੇਪਰਾਂ ਸੰਬੰਧੀ ਧਿਆਨ ਦੇਣ ਯੋਗ ਕੁਛ ਗੱਲਾਂ ਨੇ। ਹਰ ਰੱਦ ਹੋਏ ਬੈਲਟ ਪੇਪਰ ਉੱਪਰ ਸ਼ਬਦ ਰਿਜੈਕਟਡ ਲਿਖੋ ਅਤੇ ਆਪਣੇ ਦਸਤਖਤ ਕਰੋ। ਜੋ ਬੈਲਟ ਪੇਪਰ ਰੱਦ ਕੀਤੇ ਗਏ ਹਨ ਉਸ ਉੱਪਰ ਬੈਲਟ ਪੇਪਰ ਰੱਦ ਕਰਨ ਦਾ ਕਾਰਨ ਲਿਖੋ। ਰੱਦ ਕੀਤੇ ਬੈਲਟ ਪੇਪਰਾਂ ਦਾ ਰਿਕਾਰਡ ਤਿਆਰ ਕਰੋ। ਰੱਦ ਕੀਤੇ ਬੈਲਟ ਪੇਪਰਾਂ ਦਾ ਰਿਕਾਰਡ, ਲੜੀ ਨੰਬਰ, ਰੱਦ ਕੀਤੇ ਹੋਏ ਬੈਲਟ ਪੇਪਰ ਦਾ ਨੰਬਰ, ਬੈਲਟ ਪੇਪਰ ਰੱਦ ਕੀਤੇ ਜਾਣ ਦਾ ਕਾਰਨ। ਥੱਲੇ ਸਹਾਇਕ ਰਿਟਰਨਿੰਗ ਅਫਸਰ ਦੇ ਦਸਤਖਤ ਅਤੇ ਪੋਲਿੰਗ ਸਟੇਸ਼ਨ 'ਤੇ ਨਿਯੁਕਤ PRO ਦੇ ਦਸਤਖਤ। ਅੱਜ ਮਿਤੀ 15/10/2024 ਨੂੰ ਗ੍ਰਾਮ ਪੰਚਾਇਤ ਚੋਣ 2024 ਲਈ ਉਪਰੋਕਤ ਪੋਲਿੰਗ ਸਟੇਸ਼ਨ 'ਤੇ ਵੋਟਾਂ ਦੀ ਗਿਣਤੀ ਸਮੇਂ ਉਪਰੋਕਤ ਦਰਸਾਏ ਬੈਲਟ ਪੇਪਰ ਰੱਦ ਕੀਤੇ ਜਾਂਦੇ ਹਨ। ਗਿਣਤੀ ਸਮੇਂ ਉਮੀਦਵਾਰ ਕਾਊਂਟਿੰਗ ਏਜੰਟਾਂ ਦਾ ਸਰਟੀਫਿਕੇਟ। ਅਸੀਂ ਉਪਰੋਕਤ ਰੱਦ ਹੋਏ ਬੈਲਟ ਪੇਪਰਾਂ ਨਾਲ ਸਹਿਮਤ ਹਾਂ ਅਤੇ ਉਪਰੋਕਤ ਸੰਬੰਧੀ ਕੋਈ ਇਤਰਾਜ਼ ਨਹੀਂ ਹੈ। ਉਪਰੋਕਤ ਬੂਥ ਦੀਆਂ ਵੋਟਾਂ ਦੀ ਗਿਣਤੀ ਨਿਯਮਾਂ ਅਨੁਸਾਰ ਸਹੀ ਕੀਤੀ ਗਈ ਹੈ। ਹਾਜ਼ਰ ਜਿਹੜੇ ਉਮੀਦਵਾਰ ਹੈ ਜਾਂ ਕਾਊਂਟਿੰਗ ਏਜੰਟ ਉਹਨਾਂ ਦੇ ਹਸਤਾਖਰ ਲੈਣੇ ਬਿਲਕੁਲ ਨਾ ਭੁੱਲੋ। ਉਪਰੋਕਤ ਰਿਕਾਰਡ ਨੂੰ ਰੱਦ ਕੀਤੇ ਬੈਲਟ ਪੇਪਰਾਂ ਦੇ ਪੈਕਟ ਨਾਲ ਰੱਖਿਆ ਜਾਵੇ ਅਤੇ ਇਸ ਦੀ ਇੱਕ ਕਾਪੀ PRO ARO ਆਪਣੇ ਨਿੱਜੀ ਰਿਕਾਰਡ ਲਈ ਆਪਣੇ ਕੋਲ ਰੱਖੇ। ਲੜੀ ਨੰਬਰ ਰੱਦ ਹੋਏ ਬੈਲਟ ਪੇਪਰ ਦਾ, ਲੜੀ ਨੰਬਰ ਰੱਦ ਹੋਏ ਬੈਲਟ ਪੇਪਰ ਦਾ ਕਾਰਨ। ਵੋਟਾਂ ਦੀ ਗਿਣਤੀ ਬਰਾਬਰ ਰਹਿਣ ਸਮੇਂ ਨਤੀਜੇ ਦਾ ਐਲਾਨ ਕਿਸ ਤਰ੍ਹਾਂ ਕੀਤਾ ਜਾਣਾ? ਜੇਕਰ ਵੋਟਾਂ ਦੀ ਗਿਣਤੀ ਸਮੇਂ ਜਿੱਤਣ ਅਤੇ ਹਾਰਨ ਵਾਲੇ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਨਿਕਲਦੀਆਂ ਹਨ ਤਾਂ ਉਪਰੋਕਤ ਦੇ ਨਤੀਜੇ ਦਾ ਫੈਸਲਾ ਡਰਾ ਜਾਂ ਲਾਟਰੀ ਰਾਹੀਂ ਕੱਢਿਆ ਜਾਵੇਗਾ। ਉਪਰੋਕਤ ਡਰਾ ਕੱਢਣ ਤੋਂ ਪਹਿਲਾਂ ਦੋਨੋਂ ਉਮੀਦਵਾਰਾਂ ਦੇ ਉਪਰੋਕਤ ਡਰਾ ਕੱਢਣ ਲਈ ਹਲਫਨਾਮਾ ਭਾਵ ਕੰਸੈਂਟ ਪੇਪਰ ਜਿਹੜਾ ਉਹ ਜ਼ਰੂਰ ਤਿਆਰ ਕਰ ਲਿਆ ਜਾਵੇ। ਉਹਦਾ ਨਮੂਨਾ ਕੀ ਹੋਏਗਾ? ਡਰਾ ਕੱਢਣ ਲਈ ਸਹਿਮਤੀ ਪੱਤਰ ਦਾ। ਅੱਜ ਮਿਤੀ 15/10/2024 ਨੂੰ ਗ੍ਰਾਮ ਪੰਚਾਇਤ ਚੋਣਾਂ 2024 ਦੀ ਚੋਣ ਪ੍ਰਕਿਰਿਆ ਦੌਰਾਨ ਗ੍ਰਾਮ ਪੰਚਾਇਤ ਜੋ ਵੀ ਹੋਏਗੀ ਸਰਪੰਚ ਪੰਚ ਦੀਆਂ ਵੋਟਾਂ ਦੀ ਗਿਣਤੀ ਸਮੇਂ ਹੇਠ ਲਿਖੇ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਬਰਾਬਰ ਵੋਟਾਂ ਹਰ ਉਮੀਦਵਾਰ ਬਰਾਬਰ ਰਹੀ ਹੈ। ਅਸੀਂ ਚੋਣ ਦਾ ਨਤੀਜਾ ਕੱਢਣ ਲਈ ਪਰਚੀ ਰਾਹੀਂ ਲਾਟਰੀ ਕੱਢਣ ਦੀ ਸਹਿਮਤੀ ਦਿੰਦੇ ਹਾਂ। ਜਿਸ ਦੀ ਉਮੀਦਵਾਰ ਦੀ ਲਾਟਰੀ ਰਾਹੀਂ ਪਰਚੀ ਨਿਕਲੀ ਸਾਨੂੰ ਮਨਜ਼ੂਰ ਹੋਵੇਗੀ। ਉਮੀਦਵਾਰ ਦਾ ਨਾਂ, ਪਿਤਾ ਦਾ ਨਾਂ ਅਤੇ ਉਮੀਦਵਾਰ ਦੇ ਦਸਤਖਤ ਇਹ ਸਭ ਦੇ ਕਰਵਾ ਲਓ। ਉਸ ਤੋਂ ਬਾਅਦ ਸਹਾਇਕ ਰਿਟਰਨਿੰਗ ਅਫਸਰ ਦੇ ਦਸਤਖਤ ਹੋ ਜਾਣਗੇ ਅਤੇ ਪ੍ਰੈਜ਼ਾਈਡਿੰਗ ਅਫਸਰ ਦੇ ਦਸਤਖਤ ਹੋ ਜਾਣਗੇ। ਡਰਾ ਰਾਹੀਂ ਪਰਚੀ ਨਿਕਲਣ ਉਪਰੰਤ ਨਤੀਜੇ ਨਾਲ ਜੋ ਸਹਿਮਤੀ ਪੱਤਰ ਹੋਏਗਾ ਉਸ ਦਾ ਨਮੂਨਾ ਹੈ। ਅੱਜ ਮਿਤੀ 15/10/2024 ਨੂੰ ਗ੍ਰਾਮ ਪੰਚਾਇਤ ਚੋਣਾਂ 2024 ਦੀ ਚੋਣ ਪ੍ਰਕਿਰਿਆ ਦੌਰਾਨ ਗ੍ਰਾਮ ਪੰਚਾਇਤ ਸਰਪੰਚ ਪੰਚ ਦੀਆਂ ਵੋਟਾਂ ਦੀ ਗਿਣਤੀ ਸਮੇਂ ਸਾਨੂੰ ਦੋਨਾਂ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲਣ ਕਾਰਨ ਸਾਡੀ ਸਹਿਮਤੀ ਨਾਲ ਪਰਚੀ ਰਾਹੀਂ ਡਰਾ ਕੱਢਿਆ ਗਿਆ। ਡਰਾ ਵਾਲੀ ਪਰਚੀ ਹੇਠ ਲਿਖੇ ਉਮੀਦਵਾਰ ਦੇ ਨਾਮ ਨਿਕਲੀ ਹੈ ਜੋ ਸਾਨੂੰ ਦੋਹਾਂ ਨੂੰ ਮਨਜ਼ੂਰ ਹੈ ਅਤੇ ਉਪਰੋਕਤ ਨਤੀਜੇ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਲੜੀ ਨੰਬਰ, ਡਰਾ ਰਾਹੀਂ ਜੇਤੂ ਉਮੀਦਵਾਰ ਦਾ ਨਾਮ ਅਤੇ ਦਸਤਖਤ ਅਤੇ ਦੋਨੋਂ ਉਮੀਦਵਾਰਾਂ ਦੇ ਦਸਤਖਤ। ਅੱਗੇ ਸਹਾਇਕ ਰਿਟਰਨਿੰਗ ਅਫਸਰ ਆਪਣੇ ਦਸਤਖਤ ਕਰੇਗਾ ਅਤੇ ਨਾਲ ਪ੍ਰੈਜ਼ਾਈਡਿੰਗ ਅਫਸਰ ਦੇ ਦਸਤਖਤ ਜਿਹੜੇ ਆ ਉਹ ਕਰਾਏ ਜਾਣਗੇ। ਡਰਾ ਕੱਢਣ ਲਈ ਪਰਚੀਆਂ ਦਾ ਜਿਹੜਾ ਨਮੂਨਾ ਹੈ ਕੁਛ ਇਸ ਤਰ੍ਹਾਂ, ਜਿਵੇਂ ਪਰਚੀ 1 ਅਤੇ ਪਰਚੀ 2 ਪਹਿਲੇ ਉਮੀਦਵਾਰ ਦਾ ਨਾਮ, ਠੀਕ ਹੈ, ਦਸਤਖਤ ਪਹਿਲਾ ਉਮੀਦਵਾਰ, ਦੂਜਾ ਉਮੀਦਵਾਰ, ARO ਦੇ ਦਸਤਖਤ, PRO ਦੇ ਦਸਤਖਤ। ਬਿਲਕੁਲ ਉਸੇ ਤਰ੍ਹਾਂ ਦੂਜੇ ਉਮੀਦਵਾਰ ਦਾ ਨਾਂ, ਪਹਿਲਾ ਉਮੀਦਵਾਰ, ਦੂਜਾ ਉਮੀਦਵਾਰ, ARO ਅਤੇ PRO ਇਹ ਸਾਰੇ ਦਸਤਖਤ ਕਰਵਾ ਕੇ ਇਸ ਤਰ੍ਹਾਂ ਡਰਾ ਲਈ ਪਰਚੀਆਂ ਤਿਆਰ ਕਰਨੀਆਂ। ਉਪਰੋਕਤ ਦੋਨੋਂ ਪਰਚੀਆਂ ਅਤੇ ਸੰਬੰਧਿਤ ਹਲਫਨਾਮੇ ਨਤੀਜੇ ਨਾਲ ਨੱਥੀ ਕਰਕੇ ਸੰਬੰਧਿਤ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਓ ਅਤੇ ਉਪਰੋਕਤ ਦੀ ਕਾਪੀ PRO ਆਪਣੇ ਰਿਕਾਰਡ ਲਈ
ਖੁਦ ਰੱਖੇਗਾ। ਅੱਗੇ ਹੈ ਨਤੀਜਾ ਤਿਆਰ ਕਰਨਾ। ਵੋਟਾਂ ਦੀ ਗਿਣਤੀ ਉਪਰੰਤ ਸਰਪੰਚ ਦੀ ਚੋਣ ਲਈ ਬੂਥ ਵਾਈਜ਼ ਅਤੇ ਕੰਪਾਈਲਡ ਨਤੀਜਾ ਫਾਰਮ ਨੰਬਰ 9 ਅਤੇ ਅੰਤਕਾ 9 ਜਿਹੜਾ ਉਹ ਤਿਆਰ ਕਰੂਗਾ। ਪੰਚਾਂ ਦੀ ਚੋਣ ਲਈ ਵਾਰਡ ਵਾਈਜ਼ ਨਤੀਜਾ ਫਾਰਮ ਨੰਬਰ 9 ਅਤੇ ਅੰਤਕਾ 9 ਤਿਆਰ ਕੀਤੀ ਜਾਏਗੀ। ਉਪਰੋਕਤ ਫਾਰਮਾਂ 'ਤੇ ਸਹਾਇਕ ਰਿਟਰਨਿੰਗ ਅਫਸਰ, ਪ੍ਰਜ਼ਾਈਡਿੰਗ ਅਫਸਰ ਅਤੇ ਉਮੀਦਵਾਰ ਦੇ ਦਸਤਖਤ ਜਿਹੜੇ ਆ ਉਹ ਜ਼ਰੂਰ ਕਰਾਓ। ਇਹ ਕੁਝ ਗੱਲਾਂ ਸੀਗੀਆਂ ਜਿਹੜੀਆਂ ਪੰਚਾਇਤੀ ਇਲੈਕਸ਼ਨ ਨਾਲ ਸੰਬੰਧਿਤ ਸੀਗੀਆਂ। ਉਮੀਦ ਹੈ ਤੁਹਾਨੂੰ ਇਸ ਜਾਣਕਾਰੀ ਨਾਲ ਬਹੁਤ ਵਧੀਆ ਚੋਣ ਕਰਾਉਣ ਦੇ ਵਿੱਚ ਸਹਾਇਤਾ ਮਿਲੇਗੀ। ਹੋਰ ਕੁਝ ਨਵੀਆਂ ਗੱਲਾਂ ਹੋਈਆਂ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਇੱਥੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਬ ਡਿਵੀਜ਼ਨ ਜੈਤੋ ਦਾ ਟ੍ਰੇਨਿੰਗ ਸੈੱਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ।